हाँ जी दोस्तों, स्वागत है थोड़े सਭ ਦਾ ਹੀ ਜੀ ਤੁਹਾਡੇ ਆਪਣੇ YouTube ਚੈਨਲ ਰੇਸ ਅਕੈਡਮੀ ਅਫੀਸ਼ੀਅਲ ਤੇ। ਸੋ ਦੋਸਤੋ ਅੱਜ ਦੀ ਕਲਾਸ ਵਿੱਚ ਆਪਾਂ ਦੇਖਣ ਵਾਲੇ ਹਾਂ 22 ਮਈ ਬਾਰੇ 22 ਮਈ 2021 ਦੀਆਂ ਜਿੰਨੀਆਂ ਇੰਪੋਰਟੈਂਟ ਕਰੰਟ ਅਫੇਅਰ ਨਿਊਜ਼ ਬਣ ਗਈਆਂ ਸੋ ਉਹਨਾਂ ਬਾਰੇ ਗੱਲਬਾਤ ਕਰਾਂਗੇ ਔਰ ਜਿੰਨੇ ਵੀ ਐਕਸਟਰਾ ਫੈਕਟਸ ਹੋਣਗੇ ਕੋਸ਼ਿਸ਼ ਕਰਾਂਗੇ ਉਹਨਾਂ ਬਾਰੇ ਵੀ ਗੱਲਬਾਤ ਕੀਤੀ ਜਾਵੇ। ਸੋ ਕਹਿਣ ਦਾ ਭਾਵ ਕਲਾਸ ਤੁਹਾਡੇ ਲਈ ਬੜੀ ਇੰਪੋਰਟੈਂਟ ਰਹਿਣ ਵਾਲੀ ਹੈ। ਸਾਰੀ ਕਲਾਸ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਔਰ ਕਲਾਸ ਦੇ ਲਾਸਟ ਵਿੱਚ ਇੱਕ ਕੁਐਸਚਨ ਪੁੱਛਿਆ ਜਾਏਗਾ ਤਾਂ ਉਹਦਾ ਰਾਈਟ ਆਨਸਰ ਵੀ ਸਾਰੇ ਜ਼ਰੂਰ ਦੱਸਿਆ ਕਰੋ। बाकी इस क्लास की PDF ਤੁਹਾਨੂੰ ਸਾਡੇ ਰੇਸ ਅਕੈਡਮੀ ਦੇ ਟੈਲੀਗ੍ਰਾਮ ਚੈਨਲ ਤੇ ਮਿਲ ਜਾਵੇਗੀ ਤਾਂ ਤੁਸੀਂ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ। ਬਾਕੀ ਇਸ ਤੋਂ ਇਲਾਵਾ ਹੋਰ ਵੀ ਕਿਸੇ ਨੇ ਜੋ ਆਪਣੇ ਕਿਸੇ ਵੀ ਕੋਰਸ ਵਿੱਚ ਐਨਰੋਲ ਕਰਨਾਗਾ ਆਪਣੇ ਰੇਸ ਅਕੈਡਮੀ ਨਾਲ ਤਾਂ ਤੁਸੀਂ ਰੇਸ ਅਕੈਡਮੀ ਦਾ ਐਪਲੀਕੇਸ਼ਨ ਹੁਣੇ ਡਾਊਨਲੋਡ ਕਰ ਸਕਦੇ ਹੋ। ਉੱਥੇ ਬਹੁਤ ਸਾਰੇ ਰੀਸੈਂਟ ਦੇ ਨਿਊ ਬੈਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤਾਂ ਤੁਸੀਂ ਉਹ ਵੀ ਜ਼ਰੂਰ ਜੁਆਇਨ ਕਰ ਸਕਦੇ ਹੋ। ਸੋ ਬਾਕੀ ਇਸ ਤੋਂ ਇਲਾਵਾ ਗੱਲ ਕਰ ਲੈਂਦੇ ਹਾਂ ਅੱਜ ਦੀ ਕਲਾਸ ਬਾਰੇ। ਗੱਲ ਕਰਦੇ ਹਾਂ ਸਭ ਤੋਂ ਫਸਟ ਕੁਐਸਚਨ ਬਾਰੇ। In which state the state cabinet approved the formation of legislative council? ਇਹ ਕੁਐਸਚਨ ਬੜਾ ਇੰਪੋਰਟੈਂਟ ਹੈ। ਕੁਐਸਚਨ ਕੀ ਹੈ ਵੀ ਕਿਹੜੇ ਰਾਜ ਨੇ ਹੁਣ ਵਿਧਾਨ ਪਰਿਸ਼ਦ ਦੇ ਗਠਨ ਕਰਨ ਦੀ ਕੀ ਪ੍ਰਵਾਨਗੀ ਦੇ ਦਿੱਤੀ ਗਈ ਉੱਥੋਂ ਦੇ ਮੰਤਰੀ ਮੰਡਲ ਦੁਆਰਾ। ਅਗਰ ਆਪਾਂ ਗੱਲ ਕਰੀਏ ਤਾਂ ਇਹ ਜਿਹੜੀ ਪ੍ਰਵਾਨਗੀ ਹੁਣ ਦਿੱਤੀ ਗਈ ਹੈ ਵੈਸਟ ਬੰਗਾਲ ਦੇ ਵੱਲੋਂ। ਅਸਲ ਦੇ ਵਿੱਚ ਮਮਤਾ ਬੈਨਰਜੀ ਨੇ ਹੁਣ ਵੋਟਾਂ ਤੋਂ ਪਹਿਲਾਂ ਹੀ ਅਨਾਊਂਸ ਕਰਤਾ ਸੀ ਕਿਉਂਕਿ ਹੁਣ ਦੇਖੋ ਮਮਤਾ ਬੈਨਰਜੀ ਨਵੀਂ CM ਉੱਥੇ ਬਣੀ ਹੈ ਵੈਸਟ ਬੰਗਾਲ 'ਚ ਵੀ ਅਸੀਂ ਕਿ ਆਪਣੇ ਜੋ ਅਗਰ ਸਾਡੀ ਦੁਬਾਰਾ ਸਰਕਾਰ ਆਉਂਦੀ ਹੈਗੀ ਤਾਂ ਅਸੀਂ ਲੈਜਿਸਲੇਟਿਵ ਕੌਂਸਲ ਕੀ ਇੱਥੇ ਬਣਾਵਾਂਗੇ ਵੈਸਟ ਬੰਗਾਲ 'ਚ ਅਤੇ ਹੁਣ ਇਹਨੂੰ ਅਪਰੂਵ ਦੇ ਦਿੱਤੀ ਗਈ ਹੈਗੀ ਔਰ ਹੁਣ ਵੈਸਟ ਬੰਗਾਲ ਦੇ ਵਿੱਚ ਲੈਜਿਸਲੇਟਿਵ ਜਾਣੀ ਕਿ ਵਿਧਾਨ ਪਰਿਸ਼ਦ ਦਾ ਕੀ ਹੁਣ ਗਠਨ ਕੀਤਾ ਜਾਵੇਗਾ ਅਤੇ ਇਹਦੇ ਬਾਰੇ ਯਾਦ ਰੱਖਣਾ ਇੰਪੋਰਟੈਂਟ ਕੁਐਸਚਨ ਹੈ। ਹਾਲਾਂਕਿ ਵੈਸਟ ਬੰਗਾਲ ਦੇ ਵਿੱਚ ਪਹਿਲਾਂ ਵੀ ਲੈਜਿਸਲੇਟਿਵ ਕੌਂਸਲ ਹੈਗੀ ਸੀਗੀ। ਗੱਲ ਕਰਾਂ ਸਭ ਤੋਂ ਪਹਿਲਾਂ 1952 'ਚ ਬਣੀ ਸੀਗੀ ਬਟ ਔਰ 1969 ਵਿੱਚ ਜਾ ਕੇ ਦੁਬਾਰੇ ਕੀ ਹੈ ਇਸ ਲੈਜਿਸਲੇਟਿਵ ਕੌਂਸਲ ਜਾਣੀ ਕਿ ਵਿਧਾਨ ਪਰਿਸ਼ਦ ਨੂੰ ਵੈਸਟ ਬੰਗਾਲ ਵਿੱਚ ਕੀ ਹੈ ਰੱਦ ਕਰ ਦਿੱਤਾ ਗਿਆ ਸੀ, ਹਟਾ ਦਿੱਤਾ ਗਿਆ ਸੀ ਔਰ ਹੁਣ ਦੂਜੀ ਵਾਰ ਇੱਥੇ ਬਣ ਜਾ ਰਹੀ ਆ। ਕੁਐਸਚਨ ਤੁਹਾਨੂੰ ਇੱਦਾਂ ਵੀ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਵੀ ਕਿਹੜੇ ਰਾਜ ਵਿੱਚ ਦੁਬਾਰੇ ਹੁਣ ਬਣ ਜਾ ਰਹੀ ਆ ਤਾਂ ਤੁਸੀਂ ਵੈਸਟ ਬੰਗਾਲ ਆਨਸਰ ਕਰ ਸਕਦੇ ਹੋ। ਜਾਂ ਫਿਰ ਇੱਦਾਂ ਕੁਐਸਚਨ ਆ ਸਕਦਾ ਵੀ ਕੀ ਵੈਸਟ ਬੰਗਾਲ ਵਿੱਚ ਪਹਿਲਾਂ ਵੀ ਵਿਧਾਨ ਪਰਿਸ਼ਦ ਪਹਿਲਾਂ ਬਣੀ ਸੀ ਕਦੇ ਤਾਂ ਬਿਲਕੁਲ ਬਣੀ ਸੀ ਇੱਕ ਵਾਰੀ ਤਾਂ ਇਹਦੇ ਬਾਰੇ ਵੀ ਤੁਸੀਂ ਯਾਦ ਰੱਖ ਸਕਦੇ ਹੋਗੇ। ਵੈਸੇ ਜਿਹੜੀ ਦੇਖੋ ਇਹ ਲੈਜਿਸਲੇਟਿਵ ਕੌਂਸਲ ਹੁੰਦੀ ਹੈ ਨਾ ਇਹਦੀ ਅਗਰ ਆਪਾਂ ਗੱਲ ਕਰੀਏ ਵੀ ਕਿਸੇ ਵੀ ਲੈਜਿਸਲੇਟਿਵ ਕੌਂਸਲ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਇੱਥੋਂ ਦੀ ਜੋ ਮਿਨੀਮਮ ਰਿਕੁਆਇਰਮੈਂਟ ਹੁੰਦੀ ਹੈ ਬਣਾਉਣ ਦੀ ਤਾਂ ਤੁਸੀਂ ਯਾਦ ਰੱਖ ਸਕਦੇ ਹੋ ਮਿਨੀਮਮ 40 ਮੈਂਬਰ ਹੋਣੇ ਇਹਦੇ ਵਿੱਚ ਲਾਜ਼ਮੀ ਹੁੰਦੇ ਨੇਗੇ। ਔਰ ਅਗਰ ਆਪਾਂ ਗੱਲ ਕਰੀਏ ਮੈਕਸਿਮਮ ਮੈਂਬਰ ਕਿੰਨੇ ਹੋ ਸਕਦੇ ਤਾਂ ਵਿਧਾਨ ਸਭਾ ਦਾ 1/3 ਹਿੱਸਾ, ਠੀਕ ਹੈ ਨਾ। ਤਾਂ ਇਹ ਤੁਸੀਂ ਯਾਦ ਰੱਖ ਸਕਦੇ ਹੋ, ਇੰਪੋਰਟੈਂਟ ਕੁਐਸਚਨ ਬਣ ਸਕਦਾ ਗਾ। ਔਰ ਇਸੇ ਤਰੀਕੇ ਨਾਲ ਅਗਰ ਮੈਂ ਗੱਲ ਕਰਾਂ ਲੈਜਿਸਲੇਟਿਵ ਕੌਂਸਲ ਜਾਣੀ ਕਿ ਵਿਧਾਨ ਪਰਿਸ਼ਦ ਦਾ ਕਾਰਜਕਾਲ ਕਿੰਨਾ ਹੁੰਦਾ ਤਾਂ ਇਹ ਹੁੰਦਾ ਗਾ 6 ਸਾਲ, ਠੀਕ ਹੈ ਨਾ। ਤਾਂ ਇਹਦੇ ਬਾਰੇ ਤੁਸੀਂ ਇਹ ਫੈਕਟ ਯਾਦ ਰੱਖ ਸਕਦੇ ਹੋਗੇ। ਹਾਲਾਂਕਿ ਅਗਰ ਆਪਾਂ ਆਪਣੇ ਭਾਰਤ ਦੀ ਗੱਲ ਕਰੀਏ ਤਾਂ ਕਈ ਰਾਜ ਹੈਗੇ ਨੇ ਜਿੱਥੇ ਪਹਿਲਾਂ ਹੀ ਕੀ ਵਿਧਾਨ ਪਰਿਸ਼ਦ ਬਣੀਆਂ ਹੋਈਆਂ ਨੇ। ਭਲਾਂ ਦੀ ਕਿਹੜੇ ਕਿਹੜੇ ਰਾਜ ਨੇਗੇ ਉਹ ਤਾਂ ਉਹਨਾਂ ਵਿੱਚ ਉਹਦਾ ਬਾਰੇ ਯਾਦ ਰੱਖਣਾ ਸਭ ਤੋਂ ਪਹਿਲਾਂ ਤੇਲੰਗਾਨਾ, ਬਿਹਾਰ ਇਹਦੇ ਵਿੱਚ ਸ਼ਾਮਲ ਹੈ, ਯੂਪੀ ਸ਼ਾਮਲ ਹੈਗਾ, ਕਰਨਾਟਕਾ ਸਟੇਟ ਸ਼ਾਮਲ ਹੈ ਔਰ ਮਹਾਰਾਸ਼ਟਰ ਸਟੇਟ ਸ਼ਾਮਲ ਹੈ। ਹਾਲਾਂਕਿ ਆਪਣੀ ਜੋ ਜੰਮੂ ਕਸ਼ਮੀਰ ਹੁਣ ਤਾਂ ਯੂਟੀ ਬਣ ਚੁੱਕਿਆ, ਪਹਿਲਾਂ ਇੱਥੇ ਆਪਣੀ ਲੈਜਿਸਲੇਟਿਵ ਕੌਂਸਲ ਹੈਗੀ ਸੀਗੀ ਬਟ ਹੁਣ ਇੱਥੇ ਨਹੀਂ ਹੈਗੀ। ਔਰ ਵੈਸੇ ਇੱਕ ਤੁਹਾਨੂੰ ਮੈਂ ਸਟੇਟ ਹੋਰ ਦੱਸ ਸਕਦਾ ਗਾ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਵਿੱਚ ਹੁਣ ਹੈਗੀ ਆ ਬਟ ਆਂਧਰਾ ਪ੍ਰਦੇਸ਼ ਨੇ ਹੁਣ ਕਿਹਾ ਵੀ ਆਪਣੀ ਜੋ ਕੀ ਹੈਗੀ ਲੈਜਿਸਲੇਟਿਵ ਕੌਂਸਲ ਹੈਗੀ ਇਹਨੂੰ ਅਸੀਂ ਰੱਦ ਕਰਨਾ ਗਾ ਬਟ ਹਜੇ ਸੈਂਟਰ ਤੋਂ ਇਹਨਾਂ ਨੂੰ ਅਪਰੂਵ ਨਹੀਂ ਮਿਲੀ। ਸੋ ਹਜੇ ਅਪਰੂਵ ਮਿਲੀ ਨਹੀਂ ਹੈਗੀ ਤਾਂ ਕਰਕੇ ਆਂਧਰਾ ਪ੍ਰਦੇਸ਼ ਵਿੱਚ ਵੀ ਐਟ ਪ੍ਰੈਜ਼ੈਂਟ ਹੈਗੀ ਆ ਪਰ ਆਉਣ ਵਾਲੇ ਸਮੇਂ 'ਚ ਕੀ ਪਤਾ ਇੱਥੇ ਨਾ ਹੋਵੇ, ਠੀਕ ਹੈ ਨਾ। ਫਿਲਹਾਲ ਹੈਗੀ ਆ ਤਾਂ ਇਸ ਤਰੀਕੇ ਦੇ ਤੁਸੀਂ ਇਹ ਸਟੇਟ ਯਾਦ ਰੱਖਣੇ, ਇਹਨਾਂ ਬਾਰੇ ਵੀ ਇੰਪੋਰਟੈਂਟ ਕੁਐਸਚਨ ਬਣ ਸਕਦੇ ਨੇਗੇ। ਬਾਕੀ ਆਪਣੇ ਪੰਜਾਬ ਵਿੱਚ ਵੀ ਨਹੀਂ ਹੈਗੀ ਕਿਉਂਕਿ ਆਪਣੀ ਪੰਜਾਬ ਵਿਧਾਨ ਸਭਾ ਸੀਟਾਂ ਦੇਖੋ ਕਿੰਨੀਆਂ ਨੇਗੀਆਂ 117 ਨੇ। ਮੈਂ ਤੁਹਾਨੂੰ ਕਿਹਾ ਵੀ ਮੈਕਸਿਮਮ ਰਿਕੁਆਇਰਮੈਂਟ ਇਹ ਹੁੰਦੀ ਹੈਗੀ ਵੀ 1/3 ਹਿੱਸਾ ਹੋਣਾ ਲਾਜ਼ਮੀ ਆ। ਹੁਣ 117 ਦਾ 1/3 ਹਿੱਸਾ ਕਰੋ ਤੁਸੀਂ ਤਾਂ ਲਗਭਗ ਮੈਨੂੰ ਲੱਗਦਾ ਵੀ 39 ਬਣਨਗੇ ਤਾਂ 39 ਮੈਂਬਰ ਬਣੇ ਸਿਰਫ। ਬਟ ਆਪਾਂ ਨੂੰ ਘੱਟੋ ਘੱਟ ਮੈਂਬਰ ਚਾਹੀਦੇ ਕਿੰਨੇ ਨੇ ਇਹਦੇ ਵਿੱਚ ਤਾਂ ਘੱਟੋ ਘੱਟ ਮੈਂਬਰ ਚਾਹੀਦੇ ਆਪਾਂ ਨੂੰ 40 ਤਾਂ ਇਸ ਕਰਕੇ ਪੰਜਾਬ ਆਪਣਾ ਐਲੀਜੀਬਲ ਨਹੀਂ ਹੈਗਾ ਇਹਦੇ ਵਾਸਤੇ। ਤਾਂ ਇਹਦੇ ਬਾਰੇ ਵੀ ਤੁਸੀਂ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਹੋਗੇ। ਸੋ ਬਾਕੀ ਗੱਲ ਕਰਦੇ ਹਾਂ ਜਿਹੜੇ ਨੈਕਸਟ ਕੁਐਸਚਨ ਬਾਰੇ। ਹਾਊ ਮੈਨੀ ਇੰਡੀਅਨ ਸਾਈਟਸ ਹੈਜ਼ ਬੀਨ ਅਪਰੂਵਡ ਔਨ ਦੀ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਟੈਂਟੇਟਿਵ ਲਿਸਟ। ਯੂਨੈਸਕੋ ਦੀ ਵਰਲਡ ਹੈਰੀਟੇਜ ਟੈਂਟੇਟਿਵ ਸੂਚੀ ਦੇ ਵਿੱਚ ਕਹਿੰਦੇ ਕਿੰਨੀਆਂ ਭਾਰਤੀ ਸਾਈਟਾਂ ਨੂੰ ਹੁਣ ਮਨਜ਼ੂਰੀ ਦਿੱਤੀ ਗਈ ਆ। ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਯਾਦ ਰੱਖਣਾ ਜਿਹੜੀਆਂ ਸਾਈਟਾਂ ਨੇ ਹੁਣ 6 ਸਾਈਟਾਂ ਨੂੰ ਮਨਜ਼ੂਰੀ ਦਿੱਤੀ ਗਈ ਆ। ਅਸਲ ਦੇ ਵਿੱਚ ਗੱਲ ਕਰੀਏ ਜਿਹੜੀਆਂ ਇਹ ਟੈਂਟੇਟਿਵ ਲਿਸਟ ਆਖਿਰਕਾਰ ਇਹਨੂੰ ਹੁੰਦੀ ਕੀ ਆ। ਵੈਸੇ ਪੰਜਾਬੀ ਵਿੱਚ ਤੁਸੀਂ ਇਹਨੂੰ ਸੰਭਾਵਿਤ ਸੂਚੀ ਵੀ ਕਹਿ ਸਕਦੇ ਹੋ, ਪੰਜਾਬੀ ਵਿੱਚ ਐਗਜ਼ਾਮ ਵਿੱਚ ਤੁਹਾਨੂੰ ਇਹ ਵੀ ਦੇਖਣ ਨੂੰ ਮਿਲ ਸਕਦਾ ਗਾ ਤਾਂ ਇਹ ਸ਼ਬਦ ਇੰਪੋਰਟੈਂਟ ਹੈ, ਯਾਦ ਰੱਖਣਾ। ਅਸਲ ਦੇ ਵਿੱਚ ਕੋਈ ਵੀ ਸਾਈਟ ਜਦ ਵੀ ਆਪਾਂ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਵਿੱਚ ਸ਼ਾਮਿਲ ਕਰਨੀ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਉਸ ਸਾਈਟ ਨੂੰ ਟੈਂਟੇਟਿਵ ਸੂਚੀ ਦੇ ਵਿੱਚ ਟੈਂਟੇਟਿਵ ਲਿਸਟ ਦੇ ਵਿੱਚ ਕੀ ਰੱਖਿਆ ਜਾਂਦਾ ਗਾ ਔਰ ਇਸ ਤੋਂ ਬਾਅਦ ਅਗਰ ਇਹਦੇ ਉੱਤੇ ਵਿਚਾਰ ਵਗੈਰਾ ਕੀਤੀ ਜਾਂਦੀ ਆ, ਅਗਰ ਇਹ ਸਾਈਟ ਨੂੰ ਲੱਗਦੀ ਆ ਤਾਂ ਫਿਰ ਇਹਨੂੰ ਕੀ ਹੈ ਵਰਲਡ ਹੈਰੀਟੇਜ ਸਾਈਟ ਵਿੱਚ ਸ਼ਾਮਿਲ ਕੀਤਾ ਜਾਂਦਾ।
ਤਾਂ ਇਸ ਤਰੀਕੇ ਨਾਲ ਹੁਣ ਜਿਹੜੀ ਟੈਂਟੇਟਿਵ ਸੂਚੀ ਵਿੱਚ ਭਾਰਤ ਦੀਆਂ 6 ਸਾਈਟਾਂ ਨੂੰ ਹੁਣ ਸ਼ਾਮਿਲ ਕੀਤਾ ਗਿਆ ਗਾ। ਤੇ ਆਪਣੇ ਲਈ ਇੱਕ ਬੜਾ ਇੰਪੋਰਟੈਂਟ ਕੁਐਸਚਨ ਹੈਗਾ, ਇਹਦੇ ਬਾਰੇ ਯਾਦ ਰੱਖਣਾ। ਉਹ ਜਿਹੜੀਆਂ 6 ਸਾਈਟਸ ਹੈਗੀਆਂ ਨੇਗੀਆਂ, ਇਹਨਾਂ ਬਾਰੇ ਵੀ ਆਪਾਂ ਨੂੰ ਪਤਾ ਹੋਣਾ ਲਾਜ਼ਮੀ ਹੈ। ਤਾਂ ਇਹਨਾਂ ਬਾਰੇ ਵੀ ਆਪਾਂ ਗੱਲ ਕਰਦੇ 1 ਮਿੰਟ ਦੇ ਅੰਦਰ। ਬਾਕੀ ਇਸ ਤੋਂ ਇਲਾਵਾ 1-2 ਫੈਕਟ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਗਾ, ਫਿਰ ਉਸ ਤੋਂ ਬਾਅਦ ਆਪਾਂ ਲਿਸਟ ਬਾਰੇ ਗੱਲ ਕਰਾਂਗੇ ਕਿਹੜੇ ਕਿਹੜੇ ਨੇਗੇ। ਸਭ ਤੋਂ ਪਹਿਲਾਂ ਯਾਦ ਰੱਖ ਸਕਦੇ ਹੋ ਵੀ ਯੂਨੈਸਕੋ ਦੀਆਂ ਐਟ ਪ੍ਰੈਜ਼ੈਂਟ ਅਗਰ ਕਦੇ ਕੁਐਸਚਨ ਆ ਜੇ ਆਪਣੇ ਭਾਰਤ ਵਿੱਚ ਕਿੰਨੀਆਂ ਸਾਈਟਸ ਸ਼ਾਮਿਲ ਨੇ, ਤਾਂ ਯਾਦ ਰੱਖਣਾ 38 ਸਾਈਟਸ ਹੁਣ ਸ਼ਾਮਿਲ ਨੇ। ਹਾਲਾਂਕਿ ਥੋੜ੍ਹਾ ਟਾਈਮ ਪਹਿਲਾਂ ਹੁਣ ਇੱਕ ਅਫਵਾਹ ਹੀ ਸੀ, ਮਤਲਬ ਤੁਸੀਂ ਫੇਕ ਨਿਊਜ਼ ਉਹਨੂੰ ਕਹਿ ਸਕਦੇ ਹੋ। ਆਪਾਂ ਵੀ ਕਈ ਵਾਰੀ ਆਪਣੀ ਕਲਾਸ ਵਿੱਚ ਕਵਰ ਕੀਤੀ ਆ ਵੀ ਮੱਧ ਪ੍ਰਦੇਸ਼ ਦੇ 2 ਸ਼ਹਿਰ ਨੇ ਗਵਾਲੀਅਰ ਅਤੇ ਓਰਛਾ। ਮੈਂ ਤੁਹਾਨੂੰ ਕਈ ਵਾਰੀ ਦੱਸਿਆ ਵੀ ਜਿਹੜੇ ਗਵਾਲੀਅਰ ਅਤੇ ਓਰਛਾ, ਇਹਨਾਂ ਦੋਨਾਂ ਨੂੰ ਕਿਹਾ ਵਰਲਡ ਹੈਰੀਟੇਜ ਸਾਈਟ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ, ਬਟ ਇੱਕ ਤਰੀਕੇ ਦੀ ਫੇਕ ਨਿਊਜ਼ ਸੀ। ਹਾਲਾਂਕਿ ਆਪਣੇ ਸਾਰੇ ਵੱਡੇ ਅਖਬਾਰ, ਨਿਊਜ਼ ਚੈਨਲ, ਸਾਰੇ ਕਿਤੇ ਨਿਊਜ਼ ਇਹਨਾਂ ਨੇ ਪਹਿਲਾਂ ਦੱਬ ਕੇ ਸ਼ੇਅਰ ਕੀਤੀ ਸੀਗੀ ਵੀ ਇਹਨਾਂ ਦੋਨਾਂ ਨੂੰ ਸ਼ਾਮਿਲ ਕੀਤਾ ਗਿਆ, ਬਟ ਇਹਨਾਂ ਦੋਨਾਂ ਨੂੰ ਇਹਨਾਂ ਵਿੱਚ ਹੁਣ ਸ਼ਾਮਿਲ ਨਹੀਂ ਕੀਤਾ ਗਿਆ। ਇਹ ਕੇਵਲ ਟੈਂਟੇਟਿਵ ਸੂਚੀ ਵਿੱਚ ਸੀਗੇ, ਸ਼ਾਮਿਲ ਨਹੀਂ ਕੀਤੇ ਗਏ ਸੀਗੇ, ਠੀਕ ਹੈ ਨਾ। ਤਾਂ ਹੁਣ ਕੇਵਲ ਅਗਰ ਆਪਾਂ ਗੱਲ ਕਰੀਏ ਨਵੇਂ ਟੈਂਟੇਟਿਵ ਸੂਚੀ ਵਿੱਚ ਕਿੰਨੇ ਸ਼ਾਮਿਲ ਕੀਤੇ ਗਏ ਨੇਗੇ ਸਾਈਟਸ, ਤਾਂ 6 ਨੇਗੀਆਂ। ਕਿਹੜੀਆਂ ਸਾਈਟਸ ਨੇ ਉਹਨਾਂ ਬਾਰੇ ਇੱਕ ਵਾਰੀ ਆਪਾਂ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਯਾਦ ਰੱਖਣਾ ਸਤਪੁੜਾ ਟਾਈਗਰ ਰਿਜ਼ਰਵ। ਸਤਪੁੜਾ ਟਾਈਗਰ ਰਿਜ਼ਰਵ ਤੁਹਾਨੂੰ ਮੱਧ ਪ੍ਰਦੇਸ਼ ਵਿੱਚ ਦੇਖਣ ਨੂੰ ਮਿਲੇਗਾ। ਹਾਲਾਂਕਿ ਅਗਰ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਦੀਆਂ 2 ਸਾਈਟਸ ਹੈਗੀਆਂ ਨੇ, ਇੱਕ ਤਾਂ ਸਤਪੁੜਾ ਟਾਈਗਰ ਰਿਜ਼ਰਵ ਔਰ ਦੂਜੀ ਤੁਸੀਂ 5 ਨੰਬਰ ਆਪਸ਼ਨ 'ਤੇ ਤੁਸੀਂ ਦੇਖ ਸਕਦੇ ਹੋਗੇ। ਔਰ ਇਹਨਾਂ ਬਾਰੇ ਯਾਦ ਰੱਖਣਾ ਬੇੜਾ ਘਾਟ ਹੈ ਇੱਕ ਦਾ, ਔਰ ਸੈਕਿੰਡ ਨੰਬਰ 'ਤੇ ਗੱਲ ਕਰਾਂ ਤਾਂ ਲਮਤਾ ਘਾਟ, ਠੀਕ ਹੈ ਨਾ। ਇਹ ਦੋਨੇ ਤੁਹਾਨੂੰ ਨਰਮਦਾ ਰਿਵਰ ਕੋਲ ਦੇਖਣ ਨੂੰ ਮਿਲ ਜਾਣਗੇ ਜਬਲਪੁਰ ਦੇ ਵਿੱਚ। ਇਹ ਵੀ ਮੱਧ ਪ੍ਰਦੇਸ਼ ਵਿੱਚ ਹੀ ਹੈਗੀਆਂ ਨੇ, ਠੀਕ ਹੈ ਨਾ। ਤਾਂ ਮੱਧ ਪ੍ਰਦੇਸ਼ ਦੀਆਂ 2 ਹੋ ਗਈਆਂ। ਸੈਕਿੰਡ ਨੰਬਰ 'ਤੇ ਯਾਦ ਰੱਖਣਾ ਆਈਕੋਨਿਕ ਰਿਵਰ ਫਰੰਟ ਆਫ ਦੀ ਹਿਸਟੋਰਿਕ ਸਿਟੀ ਆਫ ਵਾਰਾਣਸੀ। ਸਿੱਧੀ ਗੱਲ ਤੁਸੀਂ ਯਾਦ ਰੱਖ ਸਕਦੇ ਹੋ ਵੀ ਗੰਗਾ ਘਾਟ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ। ਥਰਡ ਨੰਬਰ 'ਤੇ ਯਾਦ ਰੱਖਣਾ ਹਾਇਰ ਬੰਗਾਲ ਮੈਗਾਲੀਥਿਕ ਸਾਈਟ, ਠੀਕ ਹੈ। ਤਾਂ ਇਸ ਸਾਈਟ ਬਾਰੇ ਯਾਦ ਰੱਖ ਸਕਦੇ ਹੋ ਕਰਨਾਟਕਾ ਸਟੇਟ ਵਿੱਚ ਦੇਖਣ ਨੂੰ ਮਿਲ ਜੇਗੀ। ਬਾਕੀ 4th ਨੰਬਰ 'ਤੇ ਯਾਦ ਰੱਖਣਾ ਸੀਰੀਅਲ ਨੋਮੀਨੇਸ਼ਨ ਆਫ ਮਰਾਠਾ ਮਿਲਟਰੀ ਆਰਕੀਟੈਕਚਰ ਇਨ ਮਹਾਰਾਸ਼ਟਰਾ। ਮਰਾਠਾ ਸਮਰਾਜ ਦਾ ਜੋ ਵੀ ਆਰਕੀਟੈਕਚਰ ਵਗੈਰਾ ਸੀ ਤਾਂ ਉਸ ਚੀਜ਼ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ। ਔਰ 6th ਨੰਬਰ 'ਤੇ ਮੈਂ ਗੱਲ ਕਰਾਂ ਤਾਂ ਟੈਂਪਲ ਆਫ ਕਾਂਚੀਪੁਰਮ। ਦੇਖੋ ਅਗਰ ਆਪਾਂ ਗੱਲ ਕਰੀਏ ਤਾਂ ਇਹ ਤਮਿਲਨਾਡੂ ਦੇ ਵਿੱਚ ਹੈਗੇ ਨੇ ਬੇਸਿਕਲੀ। ਤਾਂ ਇਹਨਾਂ ਤੁਸੀਂ 6 ਜਿਹੜੀਆਂ ਜਗ੍ਹਾ ਨੇਗੀਆਂ ਇਹਨਾਂ ਬਾਰੇ ਯਾਦ ਰੱਖਣਾ। ਇਹ ਸਾਰੀਆਂ ਇੰਪੋਰਟੈਂਟ ਨੇਗੇ। ਚਾਹੋ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। ਬਾਕੀ ਇਹ ਆਪਾਂ ਟੈਲੀਗ੍ਰਾਮ ਚੈਨਲ 'ਤੇ ਸ਼ੇਅਰ ਕਰ ਦਾਂਗੇ, PDF ਜ਼ਰੂਰ ਪਾਵਾਂਗੇ, ਤਾਂ ਤੁਸੀਂ ਉੱਥੋਂ ਵੀ ਇਹਨੂੰ ਰੀਡ ਕਰ ਸਕਦੇ ਹੋਗੇ, ਠੀਕ ਹੈ ਨਾ। ਤਾਂ ਇਸ ਤਰੀਕੇ ਦੀਆਂ ਆਪਣੀਆਂ ਹੁਣ 6 ਸਾਈਟਸ ਹੋ ਗਈਆਂ, ਤਾਂ ਇਹਨਾਂ ਬਾਰੇ ਯਾਦ ਰੱਖਣਾ। ਬਾਕੀ ਯੂਨੈਸਕੋ ਦੀ ਗੱਲ ਕਰ ਲੈਂਦੇ ਹਾਂ। ਯੂਨੈਸਕੋ ਦਾ ਪੂਰਾ ਨਾਮ ਵੈਸੇ ਤੁਸੀਂ ਯਾਦ ਰੱਖਣਾ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸਾਇੰਟੀਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ ਹੈ। ਔਰ ਅਗਰ ਆਪਾਂ ਗੱਲ ਕਰੀਏ ਇਹਦਾ ਹੈੱਡਕੁਆਟਰ ਪੋਰਟਲੈਂਡ ਬਣਦਾ ਆਪਣੇ ਲਈ ਪੈਰਿਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ, ਫਰਾਂਸ ਵਿੱਚ। ਔਰ ਇਹਦੇ ਹੈੱਡ ਕੌਣ ਬਣੇ ਨੇ? ਆਡਰੇ ਔਜ਼ਲੇ ਸਾਹਿਬ ਬਣੇ ਹੋਏ ਨੇ, ਤਾਂ ਉਹਨਾਂ ਬਾਰੇ ਤੁਸੀਂ ਯਾਦ ਰੱਖ ਸਕਦੇ ਹੋ। ਸੋ ਇਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿਚ ਸਟੇਟ ਗਵਰਨਮੈਂਟ ਅਨਾਊਂਸ ਟੂ ਸਟਾਰਟ ਦੀ ਮਿਸ਼ਨ ਫਤਿਹ 2। ਕਿਹੜੀ ਰਾਜ ਸਰਕਾਰ ਨੇ ਕਹਿੰਦੇ ਹੁਣ ਮਿਸ਼ਨ ਫਤਿਹ 2 ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ? ਲਗਭਗ ਸਭ ਨੂੰ ਪਤਾ ਹੀ ਇਹਦੇ ਬਾਰੇ। ਪੰਜਾਬ ਦਾ ਇੱਕ ਮਿਸ਼ਨ ਸੀਗਾ ਮਿਸ਼ਨ ਫਤਿਹ, ਕੋਵਿਡ ਕਰਕੇ ਸ਼ੁਰੂ ਕੀਤਾ ਸੀ ਪੰਜਾਬ ਸਰਕਾਰ ਨੇ। ਔਰ ਹੁਣ ਕਰੋਨਾ ਦੇ ਵੱਧਦੇ ਕੇਸ ਨੂੰ ਲੈ ਕੇ ਔਰ ਇਸ ਤੋਂ ਇਲਾਵਾ ਬਲੈਕ ਫੰਗਸ ਦਾ ਜੋ ਖਤਰਾ ਦਾ ਡਰ ਹੈ ਉਹ ਵੀ ਪੰਜਾਬ ਵਿੱਚ ਲਗਾਤਾਰ ਵੱਧ ਰਿਹਾ ਗਾ। ਤਾਂ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਹੁਣ ਮਿਸ਼ਨ ਫਤਿਹ 2 ਸ਼ੁਰੂ ਕਰਨ ਦੀ ਅਨਾਊਂਸਮੈਂਟ ਕਰ ਦਿੱਤੀ ਹੈ। ਤਾਂ ਇੱਥੇ ਆਪਸ਼ਨ ਨੰਬਰ A ਇੱਥੇ ਆਪਣਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਜੀ। ਸੋ ਪੰਜਾਬ ਸਰਕਾਰ ਬਾਰੇ ਤੁਸੀਂ ਇਹ ਯਾਦ ਰੱਖਣਾ ਮਿਸ਼ਨ ਫਤਿਹ 2 ਨੂੰ ਹੁਣ ਸ਼ੁਰੂ ਕੀਤਾ ਗਾ। ਬਾਕੀ ਇਸ ਤੋਂ ਇਲਾਵਾ ਦੇਖੋ ਪੰਜਾਬ ਬਾਰੇ ਮੈਂ ਗੱਲ ਕਰਾਂ, ਇੱਕ ਤਾਂ ਇਹ ਕੁਐਸਚਨ ਯਾਦ ਰੱਖਣਾ। ਔਰ ਇਸ ਤੋਂ ਇਲਾਵਾ ਇੱਕ ਕੁਐਸਚਨ ਹੋਰ ਆ ਪੰਜਾਬ ਦੀ ਰੀਸੈਂਟ ਦੀ ਨਿਊਜ਼, ਮੈਂ ਉਹਦੇ ਬਾਰੇ ਅਲੱਗ ਤੋਂ ਕੁਐਸਚਨ ਨਹੀਂ ਟਾਈਪ ਕੀਤਾ, ਤਾਂ ਤੁਹਾਨੂੰ ਮੈਂ ਇੱਦਾਂ ਹੀ ਦੱਸ ਦੇਣਾ। ਪੰਜਾਬ ਸਰਕਾਰ ਨੇ ਹੁਣ ਇੱਕ ਅਨਾਊਂਸਮੈਂਟ ਕੀਤੀ ਹੈਗੀ ਔਰ ਜਿਹਦੇ ਵਿੱਚ ਕਿਹਾ ਕਿ ਵੀ ਕੋਵਿਡ ਕਰਕੇ ਜਿਨ੍ਹਾਂ ਦੇ ਘਰਾਂ ਦਾ ਕੀ ਜਿਨ੍ਹਾਂ ਦਾ ਕਮਾਊ ਜੀ ਹੈ ਜਿਹੜਾ ਹੁਣ ਉਹਨਾਂ ਦੀ ਕੋਵਿਡ ਕਰਕੇ ਅਗਰ ਡੈਥ ਹੁੰਦੀ ਹੈ ਜਾਂ ਫਿਰ ਕੋਈ ਬੱਚਾ ਜੋ ਅਨਾਥ ਹੁੰਦਾ ਗਾ, ਤਾਂ ਉਹਨਾਂ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਅਨਾਊਂਸਮੈਂਟ ਕੀਤੀ ਗਈ ਹੈ। ਔਰ ਜਿਹੜੇ ਬੱਚਿਆਂ ਦਾ ਕੀ ਹੈਗਾ ਮਾਂ ਪਿਓ ਹੈ ਜਿਹੜਾ ਉਹਨਾਂ ਦੀ ਡੈਥ ਹੋ ਚੁੱਕੀ ਹੈ ਕੋਵਿਡ ਕਰਕੇ, ਔਰ ਉਹਨਾਂ ਦੀ ਗ੍ਰੈਜੂਏਸ਼ਨ ਤੱਕ ਦੀ ਜੋ ਸਿੱਖਿਆ ਹੈਗੀ, ਠੀਕ ਹੈ, ਪੜ੍ਹਾਈ ਹੈਗੀ, ਉਹਨਾਂ ਨੂੰ ਬਿਲਕੁਲ ਮੁਫਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ। ਤਾਂ ਇਹ ਵੀ ਤੁਸੀਂ ਯਾਦ ਰੱਖਣਾ। ਔਰ ਵੈਸੇ ਨਾਲ ਨਾਲ ਪੰਜਾਬ ਦੀਆਂ 1-2 ਸਕੀਮਾਂ ਨੇ ਉਹਨਾਂ ਦਾ ਵੀ ਲਾਭ ਇਹਨਾਂ ਨੂੰ ਮਿਲੇਗਾ। ਕਿਹੜੀਆਂ ਸਕੀਮਾਂ ਉਹਨਾਂ ਬਾਰੇ ਵੀ ਯਾਦ ਰੱਖ ਸਕਦੇ ਹੋ। ਆਸ਼ੀਰਵਾਦ ਸਕੀਮ ਹੈਗੀ ਇੱਕ, ਔਰ ਸਮਾਰਟ ਰਾਸ਼ਨ ਕਾਰਡ ਯੋਜਨਾ ਹੈਗੀ, ਔਰ ਇੱਕ ਆਪਾਂ ਪੜ੍ਹਦੇ ਹੁੰਦੇ ਹੈਗੇ ਸਰਬੱਤ ਸਿਹਤ ਬੀਮਾ ਯੋਜਨਾ। ਇਹ ਤਿੰਨੇ ਯੋਜਨਾਵਾਂ ਦਾ ਵੀ ਇਹਨਾਂ ਨੂੰ ਕੀ ਲਾਭ ਦਿੱਤਾ ਜਾਵੇਗਾ। ਤਾਂ ਇਹ ਵੀ ਤੁਸੀਂ ਯਾਦ ਰੱਖਣਾ। ਬਾਕੀ ਮਿਸ਼ਨ ਫਤਿਹ ਸ਼ੁਰੂ ਕੀਤਾ ਹੁਣ ਪੰਜਾਬ ਸਰਕਾਰ ਮੰਤਰੀ ਨੇ ਨਾ ਬਲਬੀਰ ਸਿੱਧੂ, ਉਹਨਾਂ ਦੇ ਵੱਲੋਂ ਕੀ ਇਸ ਦੀ ਅਨਾਊਂਸਮੈਂਟ ਕੀਤੀ ਗਈ ਆ ਔਰ ਇਹ ਹੁਣ ਸ਼ੁਰੂ ਕੀਤਾ ਜਾਵੇਗਾ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖਣਾ। ਅੱਛਾ, ਬਾਕੀ ਪੰਜਾਬ ਬਾਰੇ ਦੇਖ ਲੈਂਦੇ ਹਾਂ। ਪੰਜਾਬ ਦੀ ਕੈਪੀਟਲ ਦਾ ਚੰਡੀਗੜ੍ਹ ਹੈ। ਪੰਜਾਬ ਦੇ CM ਹੈਗੇ ਨੇ ਕੈਪਟਨ ਅਮਰਿੰਦਰ ਸਿੰਘ, ਗਵਰਨਰ ਹੈਗੇ ਨੇ BP ਸਿੰਘ ਬਦਨੌਰ ਸਾਹਿਬ।
ਬਾਕੀ ਇਸ ਤੋਂ ਇਲਾਵਾ ਚਲੋ ਇੱਕ ਕੰਮ ਕਰਦੇ ਆਪਾਂ, ਆਈ ਵਾਰ ਤੁਹਾਨੂੰ ਮੈਂ ਪੰਜਾਬ ਬਾਰੇ ਮੈਂ ਹੀ ਦੱਸ ਦਾਂਗਾ। ਤਾਂ ਪੰਜਾਬ ਬਾਰੇ ਜਿੰਨੀਆਂ ਵੀ ਕਰੰਟ ਅਫੇਅਰ ਨਿਊਜ਼ ਤੁਹਾਡੇ ਯਾਦ ਆਉਂਦੀਆਂ ਨੇਗੀਆਂ ਆਪਾਂ ਬਾਰ-ਬਾਰ ਰਿਵਾਈਜ਼ ਕਰਦੇ ਆਂਗੇ। ਤਾਂ ਤੁਸੀਂ ਸਾਰਿਆਂ ਨੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਇੱਕ ਤਾਂ ਲਾਸਟ ਤੇ ਕੁਐਸਚਨ ਪੁੱਛਾਂਗੇ ਉਹ ਤਾਂ ਦੱਸਣਾ ਹੀ ਦੱਸਣਾ। ਬਾਕੀ ਪੰਜਾਬ ਬਾਰੇ ਜਿੰਨੇ ਵੀ ਤੁਹਾਨੂੰ ਫੈਕਟ ਪਤਾ ਨੇ, ਪੰਜਾਬ ਨਾਲ ਰਿਲੇਟਡ ਮੈਂ ਤੁਹਾਨੂੰ ਜਿੰਨੇ ਵੀ ਨਾਮ ਦੱਸਦਾ ਹੁੰਨਾਗਾ, ਉਹਨਾਂ ਵਿੱਚੋਂ ਅਗਰ ਸਾਰੇ ਵੀ ਨਹੀਂ ਪਤਾ, ਜਿੰਨੇ ਕੁ ਪਤਾ ਉਹ ਜ਼ਰੂਰ ਦੱਸਣੇ, ਔਰ ਕਰੰਟ ਅਫੇਅਰ ਨਿਊਜ਼ ਵੀ ਦੱਸਣੀ ਆ, ਠੀਕ ਹੈ ਨਾ। ਤਾਂ ਦੇਖਾਂਗੇ, ਮੈਂ ਵੀ ਤੁਹਾਡੇ ਕਮੈਂਟ ਜ਼ਰੂਰ ਪੜੂੰਗਾ। ਸੋ ਗੱਲ ਕਰਦੇ ਹੁਣ ਆਪਾਂ ਨੈਕਸਟ ਕੁਐਸਚਨ ਬਾਰੇ ਜੀ। ਇਸ ਤੋਂ ਬਾਅਦ ਦੇਖੋ ਜਿਹੜਾ ਨੈਕਸਟ ਕੁਐਸਚਨ ਆ ਆਪਾਂ ਬਿਲਕੁਲ ਪਹਿਲਾਂ ਇਸ ਤੋਂ ਇਲਾਵਾ ਜਿਹੜਾ ਪੰਜਾਬ ਵਾਲਾ ਕੁਐਸਚਨ ਪੜ੍ਹ ਕੇ ਹਟਾਂਗੇ, ਇਸ ਤੋਂ ਪਹਿਲਾਂ ਬਿਲਕੁਲ ਐਜ਼ ਇਟ ਇਜ਼ ਹੀ ਕੁਐਸਚਨ ਹੈਗਾ ਇਹ। ਕਹਿੰਦੇ ਵਿਚ ਸਟੇਟ ਔਰ ਡਿਊਟੀ ਅਨਾਊਂਸ ਟੂ ਕੰਪਨਸੇਸ਼ਨ ਆਫ 50,000 ਫॉर ਦੀ ਫੈਮਿਲੀ ਲੂਜ਼ਿੰਗ ਅ ਮੈਂਬਰ ਫॉर ਡਿਊ ਟੂ ਕੋਵਿਡ-19। ਦੇਖੋ ਕੋਰੋਨਾ ਕਰਕੇ ਕਹਿੰਦੇ ਜਿਹਨੇ ਵੀ ਆਪਣੇ ਘਰ ਦਾ ਕੋਈ ਵੀ ਮੈਂਬਰ ਜੀ ਗਵਾਇਆਗਾ, ਉਸ ਪਰਿਵਾਰ ਨੂੰ ਕਿ 50,000 ਰੁਪਇਆ ਮੁਆਵਜ਼ਾ ਦੇਣ ਦੀ ਘੋਸ਼ਣਾ ਕਿਹੜੇ ਰਾਜ ਸਰਕਾਰ ਨੇ ਕੀਤੀ ਆ। ਤੇ ਇਹਦੀ ਹੁਣ ਅਨਾਊਂਸਮੈਂਟ ਕੀਤੀ ਹੈ ਜੀ ਦਿੱਲੀ ਦੇ ਵੱਲੋਂ, ਠੀਕ ਹੈ ਨਾ। ਤਾਂ ਇਹਦੇ ਬਾਰੇ ਯਾਦ ਰੱਖਣਾ, ਬਿਲਕੁਲ ਪੰਜਾਬ ਬਾਰੇ ਆਪਾਂ ਇੱਦਾਂ ਪੜ੍ਹ ਕੇ ਹਟਾਂਗੇ। ਦਿੱਲੀ ਸਰਕਾਰ ਨੇ ਹੁਣ ਕਿਹਾ ਗਾ 50,000 ਰੁਪਏ ਦਾ ਮੁਆਵਜ਼ਾ ਦੇਣਗੇ। ਬਾਕੀ ਇਸ ਤੋਂ ਇਲਾਵਾ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣਗੇ, ਔਰ ਜੋ ਵੀ ਉਹਨਾਂ ਦਾ ਘਰ ਦਾ ਕੋਈ ਵੀ ਬੱਚਾ ਅਗਰ ਅਨਾਥ ਹੁੰਦਾ ਗਾ ਤਾਂ ਉਹਨਾਂ ਦੀ ਕੀ ਹਰ ਜਿਹੜਾ ਖਰਚਾ ਗਾ ਉਹ ਦਿੱਲੀ ਸਰਕਾਰ ਕੀ ਚੱਕੇਗੀ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖਣਾ, ਇੱਕ ਇੰਪੋਰਟੈਂਟ ਕੁਐਸਚਨ ਬਣ ਸਕਦਾ, ਕਈ ਵਾਰੀ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਇਸ ਤਰੀਕੇ ਦਾ ਕੁਐਸਚਨ। ਤਾਂ ਇਹ ਯਾਦ ਰੱਖਣਾ ਦਿੱਲੀ ਬਾਰੇ। ਬਾਕੀ ਦਿੱਲੀ ਬਾਰੇ ਗੱਲ ਕਰੀਏ ਤਾਂ ਸੀਐਮ ਹੈਗੇ ਨੇ ਇੱਥੋਂ ਦੇ ਅਰਵਿੰਦ ਕੇਜਰੀਵਾਲ, ਗਵਰਨਰ ਹੈਗੇ ਨੇ ਅਨਿਲ ਬੈਜਲ, ਯਾਦ ਰੱਖਣਾ। ਬਾਕੀ ਇਸ ਤੋਂ ਇਲਾਵਾ ਗੱਲ ਕਰੀਏ ਦਿੱਲੀ ਬਾਰੇ ਤਾਂ ਦਿੱਲੀ ਬਾਰੇ ਇੱਕ ਨਿਊਜ਼ ਯਾਦ ਰੱਖਣਾ ਇੰਪੋਰਟੈਂਟ ਹੈ। ਦਿੱਲੀ ਦਾ ਇੱਕ ਨਾ ਪ੍ਰਗਤੀ ਮੈਦਾਨ ਮੈਟਰੋ ਸਟੇਸ਼ਨ ਹੈ, ਉਹਦਾ ਇਹਨਾਂ ਨੇ ਨਾਮ ਚੇਂਜ ਕਰਕੇ ਸੁਪਰੀਮ ਕੋਰਟ ਮੈਟਰੋ ਸਟੇਸ਼ਨ ਰੱਖਿਆ ਸੀਗਾ। ਤਾਂ ਇਹ ਤੁਸੀਂ ਜ਼ਰੂਰ ਯਾਦ ਰੱਖਣਾ, ਇੰਪੋਰਟੈਂਟ ਕੁਐਸਚਨ ਹੈਗਾ। ਬਾਕੀ ਇਸ ਤੋਂ ਇਲਾਵਾ ਦਿੱਲੀ ਸਰਕਾਰ ਬਾਰੇ ਤਾਂ ਇਹਨਾਂ ਨੇ ਰੀਸੈਂਟਲੀ ਲੈਬਸ ਔਨ ਵੀਲ ਨਾਂ ਦੀ ਸੁਵਿਧਾ ਸ਼ੁਰੂ ਕੀਤੀ ਸੀਗੀ, ਔਰ ਇਸ ਤੋਂ ਇਲਾਵਾ ਇੱਕ ਹੈਲਪਲਾਈਨ ਜਿਹਦਾ ਨਾਂ ਗਾ ਕੋਵੀ ਬੈਨ, ਉਸ ਨੂੰ ਵੀ ਸ਼ੁਰੂ ਕੀਤਾ ਸੀਗਾ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖ ਸਕਦੇ ਹੋ। ਬਾਕੀ ਇੱਕ ਇੰਡੈਕਸ ਵੀ ਆਇਆ ਸੀ ਵੈਸੇ, ਵਰਲਡ ਏਅਰ ਕੁਆਲਿਟੀ ਇੰਡੈਕਸ, ਉਹਦੇ ਵਿੱਚ ਕਿਹਾ ਗਿਆ ਸੀਗਾ ਦੁਨੀਆ ਵਿੱਚ ਸਭ ਤੋਂ ਪ੍ਰਦੂਸ਼ਿਤ ਕੈਪੀਟਲ ਦੀ ਗੱਲ ਕੀਤੀ ਗਈ ਸੀ, ਤਾਂ ਦਿੱਲੀ ਉਹਦੇ ਵਿੱਚ ਸਭ ਤੋਂ ਟੌਪ 'ਤੇ ਸੀ ਪ੍ਰਦੂਸ਼ਿਤ ਕੈਪੀਟਲ ਦੇ ਵਿੱਚੋਂ, ਠੀਕ ਹੈ, ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿਚ ਸਟੇਟ ਹੈ ਡਿਕਲੇਅਰ ਮਿਊਕਰਮਿਕੋਸਿਸ ਬਲੈਕ ਫੰਗਸ ਐਜ਼ ਐਨ ਪੈਂਡੇਮਿਕ। ਦੇਖੋ ਜੀ ਕਹਿੰਦੇ ਕਿਹੜੇ ਰਾਜ ਨੇ ਹੁਣ ਮਿਊਕਰਮਿਕੋਸਿਸ ਬਲੈਕ ਫੰਗਸ ਨੂੰ ਇੱਕ ਮਹਾਮਾਰੀ ਘੋਸ਼ਿਤ ਕਰ ਦਿੱਤਾ। ਦੇਖੋ ਅਗਰ ਆਪਾਂ ਗੱਲ ਕਰੀਏ ਤਾਂ ਇਹਨੂੰ ਬਲੈਕ ਫੰਗਸ ਵੀ ਕਿਹਾ ਜਾਂਦਾ, ਔਰ ਜੇਕਰ ਅਗਰ ਆਪਾਂ ਗੱਲ ਕਰੀਏ ਤਾਂ ਇਸ ਨੂੰ ਆਪਣੀ ਸਟੇਟ ਪੈਂਡੇਮਿਕ ਜੋ ਘੋਸ਼ਿਤ ਕੀਤਾ ਗਾ ਤਾਂ ਇਹ ਹਰਿਆਣੇ ਅਤੇ ਰਾਜਸਥਾਨ ਨੇ ਕੀਤਾ। ਤਾਂ ਬਹੁਤ ਆਫ ਅਬਾਬ ਇੱਥੇ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ ਸੀ ਇੱਥੇ ਆਪਣਾ। ਹਾਲਾਂਕਿ ਬਲੈਕ ਫੰਗਸ ਦਾ ਸਭ ਤੋਂ ਵੱਧ ਅਸਰ ਆਪਾਂ ਨੂੰ ਹਰਿਆਣੇ, ਰਾਜਸਥਾਨ ਔਰ ਆਪਣੇ ਪੰਜਾਬ, ਇਹ ਤਿੰਨਾਂ ਸਟੇਟਾਂ 'ਤੇ ਦੇਖਣ ਨੂੰ ਮਿਲਿਆ ਗਾ। ਹਾਲਾਂਕਿ ਬਲੈਕ ਫੰਗਸ ਦੀ ਮੈਂ ਗੱਲ ਕਰਾਂ ਤਾਂ ਜੋ ਇਹ ਸਭ ਤੋਂ ਵੱਧ ਬਿਮਾਰੀ ਜੋ ਅਟੈਕ ਕਰਦੀ ਹੈਗੀ ਕੋਵਿਡ-19 ਦੇ ਪੇਸ਼ੈਂਟਸ ਨੂੰ ਕਰਦੀ ਹੈ, ਜਿਹੜੇ ਕੋਵਿਡ ਤੋਂ ਠੀਕ ਹੋ ਚੁੱਕੇ ਨੇਗੇ, ਜਾਂ ਫਿਰ ਜਿਨ੍ਹਾਂ ਨੂੰ ਡਾਇਬਟੀਜ਼ ਹੈਗੀ, ਜਾਂ ਫਿਰ ਜਿਹੜੇ ਹੈਵੀ ਸਟੀਰੋਇਡਸ ਲੈਂਦੇ ਨੇਗੇ, ਤਾਂ ਉਹਨਾਂ ਵਾਸਤੇ ਕੀ ਆ ਇਹ ਜੋ ਬਿਮਾਰੀ ਹੈਗੀ ਤਾਂ ਉਹਨਾਂ ਉੱਤੇ ਜ਼ਿਆਦਾ ਅਟੈਕ ਕਰ ਰਹੀ ਹੈਗੀ। ਔਰ ਹੁਣ ਇਸ ਨੂੰ ਸਟੇਟ ਐਮਰਜੈਂਸੀ ਯਾਨੀ ਕਿ ਸਟੇਟ ਪੈਂਡੇਮਿਕ ਜੋ ਘੋਸ਼ਿਤ ਕੀਤਾ ਹਰਿਆਣੇ ਅਤੇ ਰਾਜਸਥਾਨ ਨੇ ਕਰ ਦਿੱਤਾ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖਣਾ, ਇੰਪੋਰਟੈਂਟ ਕੁਐਸਚਨ ਆਪਣੇ ਲਈ ਬਣ ਸਕਦਾ ਗਾ। ਔਰ ਬਲੈਕ ਫੰਗਸ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਕਰਾ ਕੇ ਹਟਾਈ ਥੋੜ੍ਹੇ ਦਿਨ ਕੁਐਸਚਨ ਪਹਿਲਾਂ, ਔਰ ਤੁਹਾਨੂੰ ਮੈਂ ਦੱਸਿਆ ਸੀ ਵੀ ਜਿਹੜੀ ਇਹ ਬਲੈਕ ਫੰਗਸ ਹੈ ਸਭ ਤੋਂ ਵੱਧ ਅਸਰ ਆਪਣੀ ਅੱਖਾਂ 'ਤੇ ਕਰਦੀ ਹੈਗੀ, ਠੀਕ ਹੈ ਨਾ। ਤਾਂ ਅੱਖਾਂ ਕਿ ਆਪਾਂ ਨੂੰ ਨਜ਼ਰ ਆਉਣਾ ਕੀ ਬੰਦ ਹੋ ਜਾਂਦਾ ਇਹਦੇ ਨਾਲ। ਤਾਂ ਇਹਦੇ ਬਾਰੇ ਤੁਸੀਂ ਬਸ ਇਹੀ ਯਾਦ ਰੱਖਣਾ, ਕੁਐਸਚਨ ਇੰਪੋਰਟੈਂਟ ਆਪਣੇ ਲਈ ਰਹਿ ਸਕਦਾ ਗਾ। ਸੋ ਗੱਲ ਕਰ ਲੈਂਦੇ ਹਾਂ ਨੈਕਸਟ ਕੁਐਸਚਨ ਬਾਰੇ। ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਹੈਜ਼ ਵਾਰਨ ਆਫ ਦੀ ਅਰਾਈਵਲ ਆਫ ਦੀ ਸਾਈਕਲੋਨ ਯਾਸ ਵਿਚ ਕੰਟਰੀ ਹੈਜ਼ ਨੇਮਡ ਇਟ। ਭਾਰਤੀ ਮੌਸਮ ਵਿਗਿਆਨ ਨੇ ਕਹਿੰਦੇ ਜੀ ਚੱਕਰਵਾਤ ਜਿਹਦਾ ਨਾਂ ਗਾ ਜਾਸ ਦੇ ਆਉਣ ਦੀ ਚੇਤਾਵਨੀ ਦਿੱਤੀ ਆ, ਕਿਸ ਦੇਸ਼ ਨੇ ਇਹਦਾ ਨਾਮ ਰੱਖਿਆ ਗਾ। ਦੇਖੋ ਅਗਰ ਆਪਾਂ ਗੱਲ ਕਰੀਏ ਤਾਂ ਹੁਣ ਆਪਾਂ ਥੋੜ੍ਹੇ ਦਿਨ ਪਹਿਲਾਂ ਜਾਣੀ ਕਿ ਕੱਲ੍ਹ ਪਰਸੋਂ ਪੜ੍ਹ ਕੇ ਹਟਿਆਂਗੇ ਇੱਕ ਸਾਈਕਲੋਨ ਜਿਹਦਾ ਨਾਂ ਗਾ ਤਾਉਤੇ, ਉਹ ਆਇਆ ਸੀ ਜਿਹੜਾ ਕਿ ਅਰਬ ਸਾਗਰ ਤੋਂ ਉੱਠਿਆ ਸੀਗਾ। ਔਰ ਜਿਹੜਾ ਤਾਉਤੇ ਨਾਮ ਹੈਗਾ ਇਹ ਮਿਆਂਮਾਰ ਕੰਟਰੀ ਨੇ ਦਿੱਤਾ ਸੀ ਇਸਦਾ ਨਾਮ। ਬਟ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਨਵਾਂ ਸਾਈਕਲੋਨ ਜਿਹਦਾ ਨਾਂ ਗਾ ਜਾਸ, ਇਹ ਸਾਈਕਲੋਨ ਹੁਣ ਆਵੇਗਾ ਕਿੱਥੋਂ ਉੱਠੇਗਾ, ਇਹ ਬੰਗਾਲ ਦੀ ਖਾੜੀ 'ਚ ਉੱਠੇਗਾ, ਜਾਣੀ ਕਿ ਬੇ ਆਫ ਬੰਗਾਲ 'ਚ ਉੱਠੇਗਾ। ਸਭ ਤੋਂ ਵੱਧ ਇਹਦਾ ਜੋ ਸਾਈਕਲੋਨ ਦਾ ਅਸਰ ਹੈਗਾ ਉੜੀਸਾ ਅਤੇ ਵੈਸਟ ਬੰਗਾਲ ਵਿੱਚ ਕਿਹਾ ਜਾ ਰਿਹਾ ਦੇਖਣ ਨੂੰ ਮਿਲ ਵਾਲਾ ਗਾ ਆਪਾਂ ਨੂੰ। ਔਰ ਜਿਹੜਾ ਇਹ ਸਾਈਕਲੋਨ ਆ ਲਗਭਗ 24 ਤੋਂ 25 ਮਈ ਦੇ ਵਿਚਕਾਰ ਕੀ ਆ ਇੱਥੇ ਦਾ ਕੀ ਅਸਰ ਇਹਨੂੰ ਦੇਖਣ ਨੂੰ ਇਹਦਾ ਆਪਾਂ ਨੂੰ ਮਿਲਣ ਵਾਲਾ ਗਾ। ਔਰ ਅਗਰ ਆਪਾਂ ਗੱਲ ਕਰੀਏ ਤਾਂ ਜਾਸ ਜਿਹੜਾ ਇਹ ਨਾਮ ਆ ਸਾਈਕਲੋਨ ਦਾ ਇਹ ਦਿੱਤਾ ਗਾ ਓਮਾਨ ਕੰਟਰੀ ਦੇ ਵੱਲੋਂ। ਆਪਸ਼ਨ ਨੰਬਰ ਏ ਇੱਥੇ ਆਪਣਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖਣਾ, ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਇਹ। ਔਰ ਜਾਸ ਇਸ ਸਾਲ ਦਾ ਸੈਕਿੰਡ ਸਾਈਕਲੋਨ ਆਪਣੇ। ਔਰ ਅਗਰ ਆਪਾਂ ਕਰੀਏ ਪਹਿਲਾ ਕਿਹੜਾ ਹੈਗਾ ਤਾਂ ਤਾਉਤੇ ਹੈਗਾ, ਠੀਕ ਹੈ ਨਾ। ਅਗਰ ਕੁਐਸਚਨ ਤੁਹਾਨੂੰ ਇੱਦਾਂ ਵੀ ਆ ਸਕਦਾ ਹੈਗਾ
ਵੀ ਇਸ ਵਾਰੀ ਦਾ ਬੇ ਆਫ ਬੰਗਾਲ 'ਚ ਉੱਠਣ ਵਾਲਾ ਸਭ ਤੋਂ ਪਹਿਲਾ ਤੂਫਾਨ ਕਿਹੜਾ, ਸਾਈਕਲੋਨ ਕਿਹੜਾ, ਤਾਂ ਉਹ ਆਪਣਾ ਜਾਸ ਹੀ ਹੋਏਗਾ, ਕਿਉਂਕਿ ਬੇ ਆਫ ਬੰਗਾਲ 'ਚ ਉੱਠਿਆ। ਜਦ ਕਿ ਮੈਂ ਗੱਲ ਕਰਾਂ ਤੌਤੇ ਦੀ, ਤਾਂ ਉਹ ਅਰਬ ਸਾਗਰ 'ਚ ਉੱਠਿਆ ਸੀਗਾ, ਠੀਕ ਹੈ ਨਾ। ਤਾਂ ਇੰਨਾ ਕੁ ਫਰਕ ਤੁਸੀਂ ਜ਼ਰੂਰ ਯਾਦ ਰੱਖਣਾ, ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਗੱਲ ਕਰ ਲੈਂਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿਚ ਕੰਟਰੀ ਸਕਸੈਸਫੁਲੀ ਲਾਂਚਡ ਹਿਆਂਗ 2D ਸੈਟੇਲਾਈਟ। ਕਹਿੰਦੇ ਜੀ ਕਿਹੜੇ ਦੇਸ਼ ਨੇ ਹਿਆਂਗ 2D ਸੈਟੇਲਾਈਟ ਨੂੰ ਸਫਲਤਾਪੂਰਵਕ ਲਾਂਚ ਕੀਤਾ ਗਾ। ਦੇਖੋ ਅਗਰ ਆਪਾਂ ਗੱਲ ਕਰੀਏ ਹਿਆਂਗ 2D, ਇਹ ਸੈਟੇਲਾਈਟ ਹੈਗੀ ਹੈ ਜੀ ਚਾਈਨਾ ਦੀ ਹਿਆਂਗ 2D ਸੈਟੇਲਾਈਟ ਸਪੈਸ਼ਲ ਇਹਨਾਂ ਨੇ ਜੋ ਆਪਣੇ ਮਹਾਸਾਗਰ ਹੁੰਦੇ ਨੇ, ਓਸ਼ਨਸ ਹੁੰਦੇ ਨੇਗੇ, ਉਹਨਾਂ ਉੱਤੇ ਨਿਗਰਾਨੀ ਰੱਖਣ ਵਾਸਤੇ ਚਾਈਨਾ ਨੇ ਸਪੈਸ਼ਲੀ ਸੈਟੇਲਾਈਟ ਨੂੰ ਲਾਂਚ ਕੀਤਾ ਗਾ। ਆਪਣੇ ਲਈ ਇਹਦਾ ਨਾਮ ਇੰਪੋਰਟੈਂਟ ਹੈ, ਇਹ ਤੁਸੀਂ ਯਾਦ ਰੱਖਣਾ ਹਿਆਂਗ 2D। ਬਾਕੀ ਲਾਂਚ ਕੀਤੀ ਹੈ ਚਾਈਨਾ ਨੇ। ਚਾਈਨਾ ਬਾਰੇ ਯਾਦ ਰੱਖਣਾ ਕੈਪੀਟਲ ਹੈਗੀ ਹੈ ਬੀਜ਼ਿੰਗ, ਕਰੰਸੀ ਹੈਗੀ ਹੈ ਰੈਨ ਮਿਨਬੀ, ਔਰ ਪ੍ਰੈਜ਼ੀਡੈਂਟ ਹੈਗੇ ਨੇ ਸ਼ੀ ਜਿਨਪਿੰਗ ਸਾਹਿਬ। ਤਾਂ ਇਹਨਾਂ ਬਾਰੇ ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। Who has developed a fake buster detector to detect online fraud? ਕਹਿੰਦੇ ਜੀ ਕਿਸ ਨੇ ਆਨਲਾਈਨ ਧੋਖਾਧੜੀ ਦਾ ਪਤਾ ਲਾਉਣ ਵਾਸਤੇ ਨਾ ਇੱਕ ਫੇਕ ਬਸਟਰ ਨਾਂ ਦਾ ਇੱਕ ਡਿਟੈਕਟਰ ਤਿਆਰ ਕੀਤਾ ਗਾ। ਅਗਰ ਆਪਾਂ ਗੱਲ ਕਰੀਏ ਤਾਂ ਇਹ ਹੁਣ ਤਿਆਰ ਕੀਤਾ ਪੰਜਾਬ ਦੀ IIT ਰੋਪੜ ਦੇ ਵੱਲੋਂ। ਦੇਖੋ ਇਹ IIT ਰੋਪੜ ਪਲੱਸ ਆਸਟ੍ਰੇਲੀਆ ਦੀ ਇੱਕ ਯੂਨੀਵਰਸਿਟੀ ਹੈ ਮੋਨਾਸ਼ ਯੂਨੀਵਰਸਿਟੀ, ਦੋਨਾਂ ਦੇ ਮਿਲ ਕੇ ਇਹ ਫੇਕ ਬਸਟਰ ਨਾਂ ਦਾ ਇੱਕ ਡਿਟੈਕਟਰ ਤਿਆਰ ਕੀਤਾ ਗਿਆ। ਅਸਲ ਦੇ ਵਿੱਚ ਦੇਖੋ ਹੁਣ ਜ਼ਿਆਦਾਤਰ ਕੰਮ ਜੋ ਆਨਲਾਈਨ ਹੁੰਦੇ ਨੇ, ਜ਼ਿਆਦਾਤਰ ਮੀਟਿੰਗਸ ਹੁੰਦੀਆਂ ਨੇ ਆਨਲਾਈਨ ਹੁੰਦੀਆਂ ਨੇ। ਕਈ ਉਹਦੇ ਵਿੱਚ ਹੈਕਰ ਆ ਕੇ ਆਪਣਾ ਆ ਸਕਦੇ ਨੇ, ਮੀਟਿੰਗ ਵਿੱਚ ਸ਼ਾਮਿਲ ਹੋ ਜਾਂਦੇ ਨੇਗੇ। ਤਾਂ ਇਸ ਤਰੀਕੇ ਨਾਲ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਦੇਖਣ ਨੂੰ ਮਿਲ ਰਿਹਾ ਸੀਗਾ। ਤਾਂ ਇਸ ਚੀਜ਼ ਦੀ ਪ੍ਰੋਬਲਮ ਸੋਲਵ ਕਰਨ ਵਾਸਤੇ ਖਾਸ ਕਰਕੇ IIT ਰੋਪੜ ਦੇ ਵੱਲੋਂ ਫੇਕ ਬਸਟਰ ਨਾਂ ਦਾ ਇੱਕ ਡਿਟੈਕਟਰ ਤਿਆਰ ਕੀਤਾ ਗਿਆ ਗਾ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖਣਾ। ਸੋ ਇਹਦੇ ਬਾਰੇ ਬਸ ਇਹੀ ਆਪਣੇ ਲਈ ਇੰਪੋਰਟੈਂਟ ਹੈਗਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਸੋ ਨੈਕਸਟ ਕੁਐਸਚਨ ਦੇ ਉੱਪਰ ਆਪਣਾ ਪੰਜਾਬੀ ਵਿੱਚ ਲਿਖਣਾ ਥੋੜ੍ਹਾ ਜਿਹਾ ਮਿਸਟੇਕ ਹੋ ਗਈ, ਤਾਂ ਆਪਾਂ ਇੰਗਲਿਸ਼ ਵਿੱਚ ਹੀ ਪੜ੍ਹ ਲੈਂਦੇ ਹੈਗੇ। ਹੂ ਵਾਜ਼ ਅਪੁਆਇੰਟਡ ਐਜ਼ ਦੀ ਪਾਕਿਸਤਾਨਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ। ਦੇਖੋ ਜੀ ਕਹਿੰਦੇ ਪਾਕਿਸਤਾਨ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਵੇਂ ਚੁਣੇ ਗਏ ਨੇ, ਉਹਨਾਂ ਦਾ ਆਪਣੇ ਨਾਂ ਦੱਸਣਾ ਗਾ। ਇਹਨਾਂ ਦਾ ਨਾਮ ਹੈਗਾ ਮੁਈਦ ਯੂਸਫ। ਆਪਸ਼ਨ ਨੰਬਰ A ਇੱਥੇ ਆਪਣਾ ਰਾਈਟ ਆਨਸਰ ਹੋ ਜਾਏਗਾ। ਸੋ ਇਹਨਾਂ ਦਾ ਨਾਮ ਯਾਦ ਰੱਖਣਾ। ਦੇਖੋ ਇਹ ਤਾਂ ਪਾਕਿਸਤਾਨ ਦੇ ਨੇਗੇ। ਗੱਲ ਕਰੀਏ ਆਪਣੇ ਭਾਰਤ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕੌਣ ਨੇਗੇ, ਤਾਂ ਇਹਨਾਂ ਨਾਲ ਹੈਗਾ ਅਜੀਤ ਕੁਮਾਰ ਦੋਵਲ। ਆਪਸ਼ਨ ਨੰਬਰ B ਵਿੱਚ ਤੁਸੀਂ ਇਹਨਾਂ ਨਾਂ ਦੇਖ ਰਹੇ ਹੋ, ਤਾਂ ਇਹਨਾਂ ਬਾਰੇ ਵੀ ਤੁਸੀਂ ਯਾਦ ਰੱਖ ਸਕਦੇ ਹੋ। ਬਾਕੀ ਬਿਲ ਨੈਲਸਨ ਬਾਰੇ ਵੀ ਗੱਲ ਕਰ ਲੈਂਦੇ ਹਾਂ। ਆਪਸ਼ਨ ਨੰਬਰ C ਕੌਣ ਹੈ ਪਹਿਲਾਂ, ਤਾਂ ਨਾਸਾ ਦੇ ਨਵੇਂ ਐਡਮਿਨਿਸਟ੍ਰੇਟਰ ਬਣੇ ਨੇਗੇ। ਰਮੇਸ਼ ਪਵਾਰ ਬਾਰੇ ਵੀ ਕਈ ਵਾਰੀ ਪੜ੍ਹ ਚੁੱਕੇ ਆਪਾਂ। ਆਪਣੀ ਇੰਡੀਅਨ ਕ੍ਰਿਕਟ ਟੀਮ ਹੈ ਜੋ ਵੂਮੈਨ ਵਾਲੀ, ਉਹਨਾਂ ਦੇ ਕ੍ਰਿਕਟ ਕੋਚ ਬਣੇ ਨੇ ਇਹ ਰਮੇਸ਼ ਪਵਾਰ। ਇਹਨਾਂ ਬਾਰੇ ਵੀ ਯਾਦ ਰੱਖਣਾ। ਬਾਕੀ ਗੱਲ ਕਰਦੇ ਹਾਂ ਅੱਜ ਦੇ ਜੋ ਥੋੜ੍ਹੇ ਵਾਸਤੇ ਪ੍ਰਸ਼ਨ। ਆਈ ਹੋਪ ਗਾਈਸ ਤੁਹਾਨੂੰ ਕਲਾਸ ਵਧੀਆ ਲੱਗੀ ਹੋਏਗੀ। ਇਹਨੂੰ ਕਲਾਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ। ਹੋ ਸਕਦਾ ਆਪਣੀ ਐਤਵਾਰ ਨੂੰ ਕਲਾਸ ਨਾ ਆਵੇ, ਸੋ ਆਪਾਂ ਮੰਡੇ ਨੂੰ ਕਲਾਸ ਕਰਾਂਗੇ ਇਸ ਤੋਂ ਬਾਅਦ। ਤਾਂ ਇਸ ਦਾ ਰਾਈਟ ਆਨਸਰ ਜ਼ਰੂਰ ਦੱਸਣਾ। ਬਾਕੀ ਇਸ ਦਾ ਔਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਪੰਜਾਬ ਬਾਰੇ ਵੀ ਇੱਕ ਕੁਐਸਚਨ ਪੁੱਛਿਆ ਸੀਗਾ, ਤਾਂ ਉਹਦੇ ਬਾਰੇ ਵੀ ਡਿਟੇਲ ਨਾਲ ਜ਼ਰੂਰ ਲਿਖ ਦੇਣਾ। ਤਾਂ ਤੁਹਾਡੇ ਲਈ ਪ੍ਰਸ਼ਨ ਹੈ ਜੀ, ਵਿਚ ਕੰਟਰੀ ਹੈਜ਼ ਐਕਸਕਲੂਡਡ ਇੰਡੀਆ ਫਰੋਮ ਦੀ ਫਰਜ਼ਾਦ B ਗੈਸ ਪ੍ਰੋਜੈਕਟ। ਕਿਸ ਦੇਸ਼ ਨੇ ਭਾਰਤ ਨੂੰ ਫਰਜ਼ਾਦ B ਗੈਸ ਪ੍ਰੋਜੈਕਟ ਤੋਂ ਬਾਹਰ ਹੁਣ ਰੱਖਿਆ ਗਾ, ਤਾਂ ਕਿਸ ਨੇ ਰੱਖਿਆ ਗਾ ਉਹਦੇ ਬਾਰੇ ਜ਼ਰੂਰ ਦੱਸਣਾ। ਸੋ ਓਕੇ ਜੀ, ਧੰਨਵਾਦ, ਟੇਕ ਕੇਅਰ।